ਇੰਨੇ ਲੰਮੇ ਸਮੇਂ ਬਾਅਦ ਤਾਂ ਇਹ ਪੱਖ ਲੈਣ ਦਾ ਕਾਰਨ ਕੀ ਮੰਨਦੇ ਹੋ? ਗੁਰਮੀਤ ਰਾਮ ਰਹੀਮ ਦੀ ਕੁਝ ਸਮਾਂ ਪਹਿਲਾਂ ਜੇਲ੍ਹ ਦੇ ਵਿੱਚੋਂ ਚਿੱਠੀ ਆਉਂਦੀ ਹੈ ਕਿ ਉਸੇ ਇਸ਼ਾਰੇ ਦੇ ਉੱਪਰ ਲਿਆਏ ਜਾਂ ਆਪਣੇ ਵੱਲੋਂ ਲਿਆਏ? ਤੁਸੀਂ ਮਹਿੰਦਰਪਾਲ ਬਿੱਟੂ ਦੀ ਗੱਲ ਕਰਦੇ ਹੋ ਤਾਂ ਉਹਨਾਂ ਨੇ ਤਾਂ ਮੰਨਿਆ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਡੇਰਾ ਸਿਰਸਾ ਮੁਖੀ ਹੈ ਜਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਕਿਤੇ ਨਾ ਕਿਤੇ ਵਿੱਚ ਦੋਸ਼ੀ ਪਾਏ ਗਏ। ਜੇ ਉਹ ਚਿੱਠੀ ਪੜ੍ਹੋਗੇ ਨਾ ਉਹਦੇ ਵਿੱਚ ਦੋ ਪੁਲਿਸ ਮੁਲਾਜ਼ਮ SI ਹੈ ਕਿ SI ਇੱਕ ਤਾਂ ਜਗਦੀਸ਼ ਹੈ, ਇੱਕ ਮੇਰਾ ਖਿਆਲ ਹਰਪ੍ਰੀਤ ਹੈ। ਉਹ ਕਹਿੰਦਾ ਮਹਿੰਦਰਪਾਲ ਬਿੱਟੂ ਨੂੰ ਅਸਲ ਮੁਲਜ਼ਮ ਸਾਡੀ ਰਡਾਰ ਤੇ ਸੀ ਪਰ ਸਾਨੂੰ ਹਰੀ ਝੰਡੀ ਨਹੀਂ ਮਿਲੀ। ਉਹਨੂੰ ਇਹ ਕਿਹਾ ਜਾਂਦਾ ਵੀ ਜਿਹੜਾ ਤੂੰ ਸਾਡੀ ਮੰਨ ਜਾ, ਤੂੰ ਕਨਫੈਸ਼ਨ ਬਿਆਨ ਲਿਖਾ ਦੇ, ਨਹੀਂ ਲਿਖਾਏਗਾ ਤਾਂ ਸਾਡੇ ਕੋਲੇ 100 ਕੇਸ ਹੈ, ਤੈਨੂੰ 6 ਮਹੀਨੇ ਰਿਮਾਂਡ ਤੇ ਰੱਖਾਂਗੇ ਤੇ ਜੇ ਨਹੀਂ ਮੰਨੇਗਾ ਤਾਂ ਤੈਨੂੰ ਨਾਭੇ ਜੇਲ੍ਹ ਭੇਜਾਂਗੇ ਤੇ ਕੱਟੜਪੰਥੀਆਂ ਤੋਂ ਮਰਾ ਦੇਂਗੇ। ਉਹ ਵਿੱਚ ਲਿਖਿਆ ਹੋਇਆ 2015 ਦੇ ਵਿੱਚ ਬੇਅਦਬੀਆਂ ਹੁੰਦੀਆਂ ਤਾਂ ਇੱਕ ਟਾਰਗੇਟ ਕਰਕੇ ਜਿਹੜਾ ਚੈਲੰਜ ਕੀਤਾ ਜਾਂਦਾ ਹੈ ਸਿੱਖਾਂ ਨੂੰ, ਤਾਂ ਉਹਦੇ ਵਿੱਚ ਇਹ ਲਿਖਿਆ ਜਾਂਦਾ ਕਿ ਅਸੀਂ ਗੁਰਮੀਤ ਰਾਮ ਰਹੀਮ ਦੇ ਜਿਹੜਾ ਡੇਰੇ ਵੱਲੋਂ ਉਹਨਾਂ ਦੇ ਵੱਲੋਂ ਟਾਰਗੇਟ ਕਰਦੇ ਹਾਂ। ਤਾਂ ਫਿਰ ਉਸ ਵੇਲੇ ਤੁਹਾਡਾ ਪੱਖ ਕਿਉਂ ਨਹੀਂ ਦਿੱਤਾ ਜਾਂਦਾ? 2007 ਦੇ ਵਿੱਚ ਗੁਰਮੀਤ ਰਾਮ ਰਹੀਮ ਜਿਹੜਾ ਇੱਕ ਚੋਲਾ ਪਾ ਕੇ ਸਮਾਂਗ ਰਚਦੇ ਨੇ, ਕਿਤੇ ਨਾ ਕਿਤੇ ਵੀ ਪਿੱਛੇ ਨਾ ਪਿੱਛੇ ਤਾਰਾਂ ਜੁੜਦੀਆਂ ਨੇ। ਦੂਸਰੇ ਕਿ ਤੀਸਰੇ ਦਿਨ ਉਹਨਾਂ ਦਾ ਬਾਬਾ ਜੀ ਦਾ ਬਿਆਨ ਆ ਗਿਆ ਵੀ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੀ ਰੀਸ ਕਰਨਾ ਤਾਂ ਕੀ ਅਸੀਂ ਸੋਚ ਵੀ ਨਹੀਂ ਸਕਦੇ। ਪੁਸ਼ਾਕ ਨਹੀਂ ਪਵਾਈ ਤੇ ਫਿਰ ਬਾਦਲਾਂ ਨੇ ਜਿਹੜੀ ਮਾਫੀ ਅਕਾਲ ਤਖਤ ਸਾਹਿਬ ਤੋਂ ਮੰਗਵਾਈ, ਫਿਰ ਉਹ ਕਾਹਦੇ ਆਧਾਰ ਤੇ ਮੰਗਵਾਈ? ਤੁਸੀਂ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ, ਰੀਸ ਨਹੀਂ ਕੀਤੀ ਗਈ, ਤਾਂ ਫਿਰ ਮਾਫੀ ਕਿਹੜੀ ਗੱਲ ਦੀ ਮੰਗੀ ਗਈ? ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਲਗਾਤਾਰ ਚਰਚਾ ਦੇ ਵਿੱਚ ਰਹੇ ਨੇ ਕਿਉਂਕਿ ਪਿਛਲੇ ਸਮੇਂ ਦੇ ਦਰਮਿਆਨ ਜਿਹੜੇ ਉਹਨਾਂ ਦੇ ਉੱਪਰ ਦੋਸ਼ ਲੱਗੇ ਨੇ ਔਰ ਜਿਹੜੀਆਂ ਕਾਨੂੰਨ ਦੇ ਵੱਲੋਂ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨੇ, ਚਾਹੇ ਉਹ ਬਲਾਤਕਾਰ ਦੀ ਸਜ਼ਾ ਹੋਵੇ, ਚਾਹੇ ਉਹ ਕਾਤਲ ਦੀ ਸਜ਼ਾ ਹੋਵੇ, ਕਿ ਜਿਸ ਤਰੀਕੇ ਦੇ ਨਾਲ ਜਿਹੜੇ ਲੋਕ ਕਤਲ ਕੀਤੇ ਗਏ ਨੇ ਉਸ ਨੂੰ ਲੈ ਕੇ ਗੁਰਮੀਤ ਰਾਮ ਰਹੀਮ ਅਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ। ਤਾਂ ਇਸੇ ਸਬੰਧ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਜਿਹੜੇ ਸਮਰਥਕ ਨੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਹੋਰ ਲੋਕ ਨੇ, ਤਾਂ ਉਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਜਿਹੜਾ ਕਾਨੂੰਨ ਦੇ ਵੱਲੋਂ ਅਜਿਹੇ ਦੇ ਵਿੱਚ ਫੈਸਲਾ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਹੈ ਉਹਦੇ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਉਹਨਾਂ ਨੂੰ। ਤਾਂ ਅਜਿਹੇ ਦੇ ਵਿੱਚ ਕੁਝ ਪੱਖ ਲੈ ਕੇ ਉਹਨਾਂ ਦੇ ਵੱਲੋਂ ਕੁਝ ਐਡਵੋਕੇਟ ਸਾਡੇ ਨਾਲ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਲ ਹੈ ਜੀ, ਜਿਹੜਾ ਅੱਜ ਤੁਸੀਂ ਪੱਖ ਪੇਸ਼ ਕੀਤਾ ਹੈ ਗੁਰਮੀਤ ਰਾਮ ਰਹੀਮ ਦੇ ਹੱਕ ਦੇ ਵਿੱਚ ਕਿ ਜਿਹੜੀ ਬੇਅਦਬੀ ਹੋਈ ਉਹਦੇ ਵਿੱਚ ਨਾਮਜ਼ਦ ਕਰਨ ਨੂੰ ਲੈ ਕੇ ਕਿ ਅਸਲ ਦੇ ਵਿੱਚ ਉਹ ਦੋਸ਼ੀ ਨਹੀਂ ਹਨ, ਤਾਂ ਇਹ ਜਿਹੜਾ ਤੁਸੀਂ ਪੱਖ ਲਿਆ ਆ ਇੰਨੇ ਲੰਮੇ ਸਮੇਂ ਬਾਅਦ, ਤਾਂ ਇਹ ਪੱਖ ਲੈਣ ਦਾ ਕਾਰਨ ਕੀ ਮੰਨਦੇ ਹੋ? ਗੁਰਮੀਤ ਰਾਮ ਰਹੀਮ ਦੀ ਕੁਝ ਸਮਾਂ ਪਹਿਲਾਂ ਜੇਲ੍ਹ ਦੇ ਵਿੱਚੋਂ ਚਿੱਠੀ ਆਉਂਦੀ ਹੈ ਕਿ ਉਸੇ ਇਸ਼ਾਰੇ ਦੇ ਉੱਪਰ ਲਿਆਏ ਜਾਂ ਆਪਣੇ ਵੱਲੋਂ ਲਿਆਏ ਤੁਸੀਂ? ਨਹੀਂ ਸਰ, ਪੱਖ ਤਾਂ ਅਸੀਂ ਉਦੋਂ ਤੋਂ ਰੱਖ ਰਹੇ ਹਾਂ ਜਦੋਂ 2017 ਜਾਂ 18 ਦੇ ਵਿੱਚ ਮਹਿੰਦਰਪਾਲ ਬਿੱਟੂ ਨੂੰ ਅਬਡਕਟ ਕੀਤਾ ਜਾਂਦਾ ਹੈ। ਅਸੀਂ ਤਾਂ ਪੱਖ ਉਦੋਂ ਤੋਂ ਰੱਖ ਰਹੇ ਹਾਂ ਪਰ ਸਾਡੀ ਸੁਣਵਾਈ ਨਹੀਂ ਹੋਈ। ਪਿਛਲੇ 5 ਸਾਲਾਂ ਸੁਣਵਾਈ ਨਹੀਂ ਹੋਈ। ਤੁਹਾਨੂੰ ਪਤਾ ਮਹਿੰਦਰਪਾਲ ਬਿੱਟੂ ਦੀ ਹੈਂਡਰਾਈਟਿੰਗ ਚਿੱਠੀ ਵੀ ਸੀ, ਉਹ ਵੀ ਅਸੀਂ DC ਸਾਹਿਬ ਨੂੰ ਉਹਦੀ ਦੇਤੀ ਸੀ, ਉਹਦੇ ਜਦੋਂ ਉਹਦੀ ਕਨਵੈਸ਼ਨ ਹੋਈ ਹੈ 2 ਦਿਨਾਂ ਬਾਅਦ ਹੀ ਦੇਤੀ ਸੀ, ਪਰ ਸੁਣਵਾਈ ਨਹੀਂ ਹੋਈ। ਵਨ ਸਾਈਡਡ ਜਿਹੜੀ ਹੈ ਇਨਵੈਸਟੀਗੇਸ਼ਨ ਹੋਈ ਹੈ। ਤੋ ਜਿਹੜਾ ਹੈ ਦੇਖੋ 2015 ਦੀ ਬੇਅਦਬੀ ਹੈ, 2018 ਦੇ ਵਿੱਚ ਇਹਨਾਂ ਨੂੰ ਡੇਰਾ ਪ੍ਰੇਮੀਆਂ ਨੂੰ ਨੋਮੀਨੇਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੁਣ 20 ਦੇ ਵਿੱਚ ਆ ਕੇ DDR ਪਾ ਕੇ ਜਿਹੜਾ ਹੈ ਡੇਰਾ ਮੁਖੀ ਦਾ ਨਾਮ ਪਾ ਦਿੱਤਾ ਜਾਂਦਾ। ਤਾਂ ਵਿਦਆਊਟ ਹੈ ਜਿਹੜੀ ਹੈ ਡਾਇਰੈਕਟ ਐਵੀਡੈਂਸ, ਕੋਈ ਡਾਇਰੈਕਟ ਐਵੀਡੈਂਸ ਨਹੀਂ, ਸਿਰਫ ਜਿਹੜਾ ਹੈ ਕਨਫੈਸ਼ਨਲ ਸਟੇਟਮੈਂਟ ਹੈ ਉਹਦੇ ਆਧਾਰ ਤੇ ਉਹ ਵੀ ਧੱਕੇ ਨਾਲ ਲਈ ਗਈ ਹੈ। ਉਹਦੇ ਬਾਰੇ ਮਹਿੰਦਰਪਾਲ ਬਿੱਟੂ ਦੀ ਜਿਹੜੀ ਚਿੱਠੀ ਹੈ ਉਹਦੀ ਇਨਵੈਸਟੀਗੇਸ਼ਨ ਵਾਸਤੇ ਅਸੀਂ ਹਾਈ ਕੋਰਟ ਗਏ, ਉਹ ਪੈਂਡਿੰਗ ਹੈ। ਅਸੀਂ ਪੱਖ ਉਦੋਂ ਤੋਂ ਰੱਖ ਰਹੇ ਹਾਂ, ਅੱਜ ਕੋਈ ਨਵਾਂ ਨਹੀਂ। ਮਹਿੰਦਰਪਾਲ ਸੁਣਵਾਈ ਨਹੀਂ ਹੋਈ, ਪੱਖ ਤਾਂ ਅਸੀਂ ਰੱਖ ਰਹੇ ਹਾਂ ਪਰ ਸੁਣਵਾਈ ਨਹੀਂ ਹੋਈ। ਮਹਿੰਦਰਪਾਲ ਬਿੱਟੂ ਦੀ ਗੱਲ ਕਰਦੇ ਹੋ ਤਾਂ ਉਹਨਾਂ ਨੇ ਤਾਂ ਮੰਨਿਆ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਡੇਰਾ ਸਿਰਸਾ ਮੁਖੀ ਹੈ ਜਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਕਿਤੇ ਨਾ ਕਿਤੇ ਵਿੱਚ ਦੋਸ਼ੀ ਪਾਏ ਗਏ ਨੇ। ਨਹੀਂ, ਪਹਿਲਾਂ ਤਾਂ ਉਹਦੇ 'ਚ ਕਿਤੇ ਨਹੀਂ ਆਇਆ, ਜਿਹੜਾ ਤੁਸੀਂ ਜੇ ਬਿਆਨ ਵੀ ਪੜ੍ਹੋ ਤਾਂ ਡੇਰਾ ਮੁਖੀ ਦਾ ਨਾਂ ਕਿਤੇ ਵੀ ਨਹੀਂ ਆਇਆ। ਦੂਸਰੀ ਗੱਲ, ਉਹ ਚਿੱਠੀ ਕਿਵੇਂ ਲਿਖਾਈ ਗਈ, ਉਹ ਮਹਿੰਦਰਪਾਲ ਬਿੱਟੂ ਦੀ ਚਿੱਠੀ ਹੈਗੀ ਹੈ, ਤੁਸੀਂ ਮੈਥੋਂ ਲੈ ਸਕਦੇ ਹੋ। ਉਹਦੇ ਵਿੱਚ ਕਿਵੇਂ ਮੇਰਾ 164 ਦਾ ਬਿਆਨ ਲਿਆ ਗਿਆ ਹੈ ਨਾ, ਉਹਦੇ ਵਿੱਚ 2 ਗੱਲਾਂ ਅਹਿਮ ਹੈ ਜਿਹੜੀਆਂ ਤੁਹਾਡੇ ਨਾਲ ਕਰਨਾ ਚਾਹੁੰਦਾ। ਇੱਕ ਤਾਂ ਜਦੋਂ ਉਹਨੂੰ ਅਰੈਸਟ ਕੀਤਾ ਜਾਂਦਾ ਹੈ ਉਹਦੀ ਕਿਹਾ ਜਾਂਦਾ ਤੈਨੂੰ ਉੱਥੇ ਲੈ ਕੇ ਚੱਲੇ ਆ ਪੰਜਾਬ ਪੁਲਿਸ ਕੋਲ, ਤਾਂ ਇਨਵੈਸਟੀਗੇਸ਼ਨ ਪ੍ਰੀ ਪਲਾਨ ਨਾਲ ਸਾਜ਼ਿਸ਼ ਨਾਲ ਗਏ ਨਾ ਵੀ ਇਹਨੂੰ ਮਹਿੰਦਰਪਾਲ ਬਿੱਟੂ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਕੇਸ 'ਚ ਜਿਹੜਾ ਪਾਵਾਂਗੇ। ਦੂਸਰੀਆਂ 2-3 ਜੇ ਉਹ ਚਿੱਠੀ ਪੜ੍ਹੋਗੇ ਨਾ ਉਹਦੇ ਵਿੱਚ 2 ਪੁਲਿਸ ਮੁਲਾਜ਼ਮ SI ਹੈ ਕਿ SI ਇੱਕ ਤਾਂ ਜਗਦੀਸ਼ ਹੈ, ਇੱਕ ਮੇਰਾ ਖਿਆਲ ਹਰਪ੍ਰੀਤ ਹੈ। ਉਹ ਕਹਿੰਦਾ ਮਹਿੰਦਰਪਾਲ ਬਿੱਟੂ ਨੂੰ ਅਸਲ ਮੁਲਜ਼ਮ ਸਾਡੀ ਰਡਾਰ ਤੇ ਸੀ ਪਰ ਸਾਨੂੰ ਹਰੀ ਝੰਡੀ ਨਹੀਂ ਮਿਲੀ। ਦੂਸਰਾ, ਉਹਨੂੰ ਇਹ ਕਿਹਾ ਜਾਂਦਾ ਵੀ ਜਿਹੜਾ ਤੂੰ ਸਾਡੀ ਮੰਨ ਜਾ, ਤੂੰ ਕਨਫੈਸ਼ਨ ਬਿਆਨ ਲਿਖਾ ਦੇ, ਨਹੀਂ ਲਿਖਾਏਗਾ ਤਾਂ ਸਾਡੇ ਕੋਲੇ 100 ਕੇਸ ਹੈ, ਤੈਨੂੰ 6 ਮਹੀਨੇ ਰਿਮਾਂਡ ਤੇ ਰੱਖਾਂਗੇ, ਜੇ ਮੰਨੇਗਾ ਤਾਂ ਤੈਨੂੰ ਧਰਮਸ਼ਾਲਾ ਭੇਜ ਦਿਆਂਗੇ, ਐਸ਼ ਕਰੀ, ਨਾਲੇ ਤੇਰੀ ਸਜ਼ਾ ਘਟਾ ਦਿਆਂਗੇ।
ਤੇ ਜੇ ਨਹੀਂ ਮੰਨੇਗਾ ਤਾਂ ਤੈਨੂੰ ਨਾਭੇ ਜੇਲ੍ਹ ਭੇਜਾਂਗੇ ਤੇ ਕੱਟੜਪੰਥੀਆਂ ਤੋਂ ਮਰਾ ਦੇਂਗੇ, ਉਹ ਵਿੱਚ ਲਿਖਿਆ ਹੋਇਆ। ਅਸੀਂ ਉਹੀ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਹਾਂ ਨਾ ਵੀ ਇਹ ਪੱਖ ਵੀ ਦੇਖੋ, ਇਹਨਾਂ ਦੀ ਵੀ ਇਨਵੈਸਟੀਗੇਸ਼ਨ ਕਰੋ ਕਿ ਇਹਨਾਂ 'ਚ ਸੱਚਾਈ ਹੈ ਕਿ ਝੂਠੇ ਆ। ਜੇ ਝੂਠੇ ਆ ਤਾਂ ਝੂਠੇ ਕਰੋ, ਇਹਨਾਂ ਨੂੰ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ ਅੱਜ ਤੱਕ? ਇਹੀ ਕਹਿੰਦੇ 2015 ਦੇ ਵਿੱਚ ਬੇਅਦਬੀਆਂ ਹੁੰਦੀਆਂ ਤਾਂ ਇੱਕ ਟਾਰਗੇਟ ਕਰਕੇ ਜਿਹੜਾ ਚੈਲੰਜ ਕੀਤਾ ਜਾਂਦਾ ਹੈ ਸਿੱਖਾਂ ਨੂੰ, ਤਾਂ ਉਹਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਅਸੀਂ ਗੁਰਮੀਤ ਰਾਮ ਰਹੀਮ ਦੇ ਜਿਹੜਾ ਡੇਰੇ ਵੱਲੋਂ ਉਹਨਾਂ ਦੇ ਵੱਲੋਂ ਟਾਰਗੇਟ ਕਰਦੇ ਹਾਂ, ਤਾਂ ਫਿਰ ਉਸ ਵੇਲੇ ਤੁਹਾਡਾ ਪੱਖ ਕਿਉਂ ਨਹੀਂ ਦਿੱਤਾ ਜਾਂਦਾ? ਪੱਖ ਤਾਂ ਬਹੁਤ ਵਾਰਾਂ ਦਿੱਤਾ ਗਿਆ, ਤੁਸੀਂ ਮੇਰੇ ਬਿਆਨ ਵੀ ਦੇਖੇ ਹੋਣਗੇ। ਅਸੀਂ ਵੀ ਇਹੀ ਕਹਿਣਾ ਚਾਹੁੰਦੇ ਹਾਂ ਵੀ ਜੇ ਕੋਈ ਬੰਦਾ ਕਤਲ ਕਰਦਾ ਉਹ ਕਿਉਂ ਕਹੂਗਾ ਵੀ ਮੈਂ ਕਤਲ ਕਰਨ ਜਾ ਰਿਹਾ। ਜੇ ਡੇਰੇ ਸੱਚੇ ਸੌਦੇ ਵਾਲੇ ਬੇਅਦਬੀ ਕਰਨਗੇ ਤਾਂ ਉਹ ਲਿਖਣਗੇ ਵੀ ਅਸੀਂ ਡੇਰੇ ਸੱਚੇ ਸੌਦੇ ਬੇਅਦਬੀ ਕਰਨ ਜਾ ਰਹੇ ਹਾਂ। ਔਰ ਕੀ ਰੀਜ਼ਨ ਹੈ, ਕਿਉਂ ਕਰਨਗੇ? ਪਹਿਲਾਂ ਮੈਨੂੰ ਇਹ ਦੱਸੋ ਵੀ ਕੋਈ ਰੀਜ਼ਨ ਤਾਂ ਦੱਸੋ, ਉਹਨਾਂ ਨੇ ਬੇਅਦਬੀ ਕਿਉਂ ਕਰਨਗੇ ਗੁਰੂ ਗ੍ਰੰਥ ਸਾਹਿਬ ਦੀ? ਇੱਕ ਆਮ ਇਨਸਾਨ, ਆਮ ਬੰਦਾ ਹੀ ਨਹੀਂ ਕਰ ਸਕਦਾ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਤਾਂ ਅਦਰਵਾਈਜ਼ ਵੀ ਨੇੜੇ ਨਹੀਂ ਜਾਂਦੇ ਯਾਰ, ਕਿਤੇ ਮਰਿਆਦਾ ਭੰਗ ਨਾ ਹੋ ਜੇ। ਪਿਛਲੀਆਂ ਤਾਰਾਂ ਨੂੰ ਜੋੜ ਕੇ ਦੇਖਿਆ ਜਾਵੇ ਤਾਂ 2007 ਦੇ ਵਿੱਚ ਗੁਰਮੀਤ ਰਾਮ ਰਹੀਮ ਜਿਹੜਾ ਇੱਕ ਚੋਲਾ ਪਾ ਕੇ ਸਵਾਂਗ ਰਚਦੇ ਨੇ, ਕਿਤੇ ਨਾ ਕਿਤੇ ਵੀ ਪਿਛੇ ਨਾ ਪਿਛੇ ਤਾਰਾਂ ਜੁੜਦੀਆਂ ਨੇ। ਉਹਦੇ ਵਿੱਚ ਵੀ ਦੇਖੋ ਸਾਜ਼ਿਸ਼ ਹੈ। ਕਿਵੇਂ ਸਾਜ਼ਿਸ਼ ਹੈ? ਐਲੀਗੇਸ਼ਨ ਲੱਗਿਆ ਵੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਪੋਸ਼ਾਕ ਪਾਈ ਹੈ। ਦੂਸਰੇ ਕਿ ਤੀਸਰੇ ਦਿਨ ਉਹਨਾਂ ਦਾ ਬਾਬਾ ਜੀ ਦਾ ਬਿਆਨ ਆ ਗਿਆ ਵੀ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੀ ਰੀਸ ਕਰਨਾ ਤਾਂ ਕੀ ਅਸੀਂ ਸੋਚ ਵੀ ਨਹੀਂ ਸਕਦੇ। ਫਿਰ ਰੌਲਾ ਕੀ ਰਹਿ ਗਿਆ ਸੀ? ਫਿਰ ਵੀ ਉਹ ਮੁੱਦਾ ਅੱਜ ਤੱਕ ਖਤਮ ਕਿਉਂ ਨਹੀਂ ਹੋਇਆ? ਕੀ ਇਹਦੇ ਪਿੱਛੇ ਰਾਜਨੀਤਿਕ ਸਾਜ਼ਿਸ਼ ਨਹੀਂ ਹੈ? ਕੀ ਇਹ ਡੇਰਾ ਸਿੱਖਾਂ ਤੇ ਡੇਰਾ ਪ੍ਰੇਮੀਆਂ ਦੇ ਵਿੱਚ ਪਵਾੜ ਪਾਉਣ ਦੀ ਕੋਸ਼ਿਸ਼ ਨਹੀਂ ਹੈ? ਕੀ ਰਾਜਨੀਤੀ ਅੱਜ ਤੱਕ ਨਹੀਂ ਹੋ ਰਹੀ? ਨਹੀਂ ਤੁਸੀਂ ਦੱਸੋ, ਜੇ ਉਹਨਾਂ ਨੇ ਕਹਿਤਾ ਫਿਰ ਕੋਰਟ 'ਚੋਂ ਵੀ ਖਤਮ ਹੋ ਗਿਆ ਮੈਟਰ, ਫਿਰ ਵੀ ਅੱਜ ਖਤਮ ਨਹੀਂ ਹੋ ਰਿਹਾ। ਨਹੀਂ, ਜੇ ਪੋਸ਼ਾਕ ਨਹੀਂ ਪਵਾਈ ਤੇ ਫਿਰ ਬਾਦਲਾਂ ਨੇ ਜਿਹੜੀ ਮਾਫੀ ਅਕਾਲ ਤਖਤ ਸਾਹਿਬ ਤੋਂ ਮੰਗਵਾਈ, ਫਿਰ ਉਹ ਕਾਹਦੇ ਆਧਾਰ ਤੇ ਮੰਗਵਾ ਦਿੱਤੀ? ਇਹ ਦੇਖੋ ਇਹੀ ਤਾਂ ਸਮਾਜ ਦੇ ਵਿੱਚ ਗਲਤ ਪ੍ਰਚਾਰ ਇਹ ਕੌਣ ਫੈਲਾ ਰਿਹਾ ਹੈ? ਮਾਫੀ ਵਾਲਾ ਕੀ ਮੁੱਦਾ ਸੀ? ਦੇਖੋ ਡੇਰਾ ਸਿੱਖ ਵਿਵਾਦ ਜਿਹੜਾ ਚੱਲਿਆ ਆਉਂਦਾ ਸੀ 2007 ਦੇ ਵਿੱਚ, ਡੇਰਾ ਸਿੱਖ ਵਿਵਾਦ ਜਿਹੜਾ ਹੈ ਚੱਲ ਰਿਹਾ ਹੈ। ਚਲੋ ਉਹਨਾਂ ਦਾ ਮਾਫੀਨਾਮਾ ਆ ਗਿਆ, ਜੇ ਅਕਾਲ ਤਖਤ ਨੇ ਮਨਜ਼ੂਰ ਕਰ ਲਿਆ ਹੈ ਨਾ, ਮਾਫੀਨਾਮਾ ਆ ਗਿਆ, ਤਾਂ ਇਹਦੇ ਵਿੱਚ ਕੀ ਮਾੜੀ ਗੱਲ ਹੈ? ਸਮਾਜ ਦੇ ਵਿੱਚ ਉਹ ਜਿਹੜਾ ਸਿੱਖ ਵਿਵਾਦ ਹੈ ਜਾਂ ਜਿਹੜਾ ਸਿੱਖਾਂ ਦੇ ਵਿੱਚ ਵਿਵਾਦ ਹੈ ਉਹ ਖਤਮ ਹੋ ਗਿਆ। ਜੇ ਹੋ ਵੀ ਗਿਆ ਤਾਂ ਕੀ ਮਾੜੀ ਗੱਲ ਹੈ? ਸਾਨੂੰ ਦੂਜੀਆਂ ਪਾਰਟੀਆਂ ਨੂੰ ਸਵਾਗਤ ਕਰਨਾ ਚਾਹੀਦਾ ਸੀ ਵੀ ਯਾਰ ਇੰਨੇ ਸਾਲਾਂ ਦਾ ਡੇਰਾ ਸਿੱਖ ਵਿਵਾਦ ਚੱਲੀ ਜਾਂਦਾ, ਚਲੋ ਬਾਬਾ ਜੀ ਨੇ ਮਾਫੀ ਮੰਗ ਲਈ, ਖਤਮ ਕਰੋ। ਤੇ ਫਿਰ ਵਿਰੋਧੀ ਧਿਰਾਂ ਨੇ ਰੌਲਾ ਕਿਉਂ ਪਾਇਆ? ਨਹੀਂ ਚਲੋ ਤੁਸੀਂ ਕਹਿੰਦੇ ਆ ਨਾ ਇਸ ਤਰ੍ਹਾਂ ਰੌਲਾ ਕਿਉਂ ਪਾਇਆ? ਤੁਸੀਂ ਕਹਿੰਦੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ, ਰੀਸ ਨਹੀਂ ਕੀਤੀ ਗਈ, ਤਾਂ ਫਿਰ ਮਾਫੀ ਕਿਹੜੀ ਗੱਲ ਦੀ ਮੰਗੀ ਗਈ? ਦੇਖੋ ਉਹਨਾਂ ਨੇ ਇਹ ਕਿਹਾ ਵੀ ਅਸੀਂ ਨਹੀਂ ਉਹਨਾਂ ਦੀ ਜਿਹੜੀ ਇਹ ਡਰੈਸ ਪਾਈ ਬਹੁਤ ਫਰਕ ਸੀਗਾ। ਉਹਨਾਂ ਨੇ ਕਿਹਾ, ਸਾਰਾ ਉਹਨਾਂ ਦਾ ਬਿਆਨ ਆਇਆ ਵੀ ਉਹ ਡਰੈਸ ਗੁਰੂ ਗੋਬਿੰਦ ਸਿੰਘ ਦੀ ਸ਼੍ਰੀ ਤਖਤ ਦਮਦਮਾ ਸਾਹਿਬ ਪਈ ਹੈ, ਚਾਹੇ ਮਲਾਨ ਕਰ ਲਓ। ਅਸੀਂ ਉਹਨਾਂ ਦੀ ਰੀਸ ਨਹੀਂ ਕੀਤੀ, ਨਾ ਹੀ ਉਹ ਡਰੈਸ ਪਾਈ ਹੈ, ਨਾ ਹੀ ਉਹਦੇ ਵਰਗੀ ਪਾਈ ਹੈ ਨਾ, ਤੇ ਨਾ ਹੀ ਉਹ ਜਿਹੜਾ ਹੈ ਅੰਮ੍ਰਿਤ ਛਕਾਇਆ ਹੈ। ਉਹਦੇ ਫੋਟੋਆਂ ਵਾਇਰਲ ਕੀਤੀਆਂ ਗਈਆਂ ਜਾਂ ਵੀਡੀਓ ਕੀਤੀਆਂ ਗਈਆਂ, ਉਹ ਫਿਰ ਕਿੱਥੋਂ ਆ ਗਈਆਂ? ਨਹੀਂ ਦੇਖੋ ਜਿਹੜੀਆਂ ਫੋਟੋਆਂ ਉਹਨਾਂ ਦਾ ਇੱਕ ਮੈਗਜ਼ੀਨ ਆਇਆ, ਰੂਹਾਨੀ ਜਾਮ ਤਾਂ ਸ਼ੁਰੂ ਕੀਤਾ ਨਾ ਉਹਦੀਆਂ, ਉਹ ਤਾਂ ਆਇਆ ਹੀ ਹੈ। ਪਰ ਜੇ ਉਹਦੇ ਵਿੱਚ ਕਹੀਏ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਸਿੱਖ ਪੰਥ ਨੂੰ ਡਿਫੇਮ ਕਰਨ ਵਾਲੀ ਗੱਲ ਹੈ, ਇਹ ਤਾਂ ਦੇਖੋ ਸ਼ਰਾਰਤੀ ਅਨਸਰ ਹੈ, ਰੌਲਾ ਪਾ ਲੈਂਦੇ ਆ, ਰੌਲਾ ਪਵਾਉਣਾ ਚਾਹੁੰਦੇ ਆ, ਕਲਾਸਾਂ ਨੂੰ ਅੱਡੋ-ਅੱਡ ਕਲਾਸਾਂ ਨੂੰ ਲੜਾ ਰਹੇ ਹੈ। ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਆਪਾਂ ਇਹਨਾਂ ਗੱਲਾਂ 'ਚੋਂ ਬਾਹਰ ਆਈਏ ਤੇ ਇਹ ਗੱਲਾਂ ਦੇ ਇਹ ਜਿਹੜੀਆਂ ਰਾਜਨੀਤਿਕ ਸਾਜ਼ਿਸ਼ਾਂ ਇਹਨਾਂ ਤੋਂ ਬਾਹਰ ਆਈਏ। ਇਹ ਆਪਾਂ ਨੂੰ ਲੜਾ ਰਹੇ ਹੈ, ਇਹ ਫਰਕ ਪਵਾ ਰਹੇ ਹੈ। ਰਾਜਨੀਤਿਕ ਸਾਜ਼ਿਸ਼ ਕਿਹਦੀ ਲੱਗਦੀ ਹੈ ਕਿ ਸਾਜ਼ਿਸ਼ ਕਿਹਦੀ ਹੋ ਸਕਦੀ ਹੈ? ਸਾਰੀਆਂ ਪਾਰਟੀਆਂ ਇਹ ਸਭ ਮਿਲੇ ਹੋਏ ਹੈ। ਦੇਖੋ ਅੱਜ ਤਾਂਗੇ ਸਾਰੇ ਹਾਰ ਵੀ ਗਏ, ਲੋਕਾਂ ਨੇ ਇੱਕ ਜਿਹੜਾ ਹੈ ਨਵੀਂ ਪਾਰਟੀ ਨੂੰ ਵੋਟਾਂ ਪਾਈਆਂ ਤਾਂ ਹੀ ਪਾਈਆਂ ਨਾ। ਇਹਨਾਂ ਦੀ ਰਾਜਨੀਤੀ ਦੁਖੀ ਹੋ ਕੇ ਤਾਂ ਇਹਨਾਂ ਨੂੰ ਬਾਹਰ ਕੀਤਾ। ਨਹੀਂ, ਅਕਾਲੀ ਦਲ ਬਾਦਲ ਨਾਲ ਬਹੁਤ ਨੇੜਤਾ ਰਹੀ, ਇੱਕ ਹਿਸਾਬ ਦੇ ਨਾਲ 9 ਮਾਸ ਵਾਲਾ ਰਿਸ਼ਤਾ ਰਿਹਾ ਤੁਹਾਡਾ, ਕਿ ਜਿਹੜੇ ਬਾਦਲ ਸਾਹਿਬ ਸੀ ਉਹ ਡੇਰਾ ਸਿਰਸਾ ਦੇ ਬਹੁਤ ਨਜ਼ਦੀਕ ਸੀ, ਉਹਨਾਂ ਦੇ ਬਹੁਤ ਜ਼ਿਆਦਾ ਕਰੀਬ ਸੀਗੇ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਦੋਸ਼ੀ ਮੰਨਦੇ ਹੋ ਤੁਸੀਂ? ਨਹੀਂ, ਇਹ ਤਾਂ ਮੈਂ ਨਹੀਂ ਕਹਿ ਸਕਦਾ ਨਜ਼ਦੀਕੀ ਰਹੀ ਹੈ ਜਾਂ ਦੂਰੀ ਰਹੀ ਹੈ। ਦੇਖੋ ਸਾਰੇ ਜਾਂਦੇ ਰਹੇ ਹੈ ਨਾ, ਸਾਰੇ ਜਾਂਦੇ ਹੈ। ਜਦੋਂ ਮਾਹੌਲ ਚੰਗਾ ਹੁੰਦਾ ਉਦੋਂ ਚੰਗਾ ਕਹਿੰਦੇ ਆ, ਜਦੋਂ ਮਾੜਾ ਹੋ ਗਿਆ ਸਾਰੇ ਮਾੜਾ ਕਹਿਣ ਲੱਗ ਜਾਂਦੇ। ਇਹਦੇ ਬਾਰੇ ਤਾਂ ਮੈਂ ਕੀ ਕਹਿ ਸਕਦਾ। ਤੁਸੀਂ ਕਹਿੰਦੇ ਹੋ ਕਿ ਜਿਹੜੀਆਂ ਸਰਕਾਰਾਂ ਉਹ ਮਤਰੇਈ ਮਾਂ ਵਾਲਾ ਜਿਹੜਾ ਸਲੂਕ ਹੈ ਉਹ ਡੇਰਾ ਸਿਰਸਾ ਦੇ ਨਾਲ ਕਰ ਰਹੀਆਂ, ਤਾਂ ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਗਿਲਾ ਕੀਤਾ ਜਾਂਦਾ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਵੋਟਾਂ ਤੋਂ ਕੁਝ ਦਿਨ ਪਹਿਲਾਂ ਜਿਹੜਾ ਪੈਰੋਲ ਦੇ ਦਿੱਤੀ ਜਾਂਦੀ ਹੈ, ਪਰ ਜਿਹੜੇ ਬੰਦੀ ਸਿੰਘ ਆ ਜਿਹੜੇ ਆਪਣੀਆਂ ਲੰਮੇ ਦਿਨਾਂ ਤੋਂ ਲੰਮੇ ਸਾਲਾਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਉਹਨਾਂ ਵਾਸਤੇ ਕੋਈ ਪੈਰੋਲ ਨਹੀਂ। ਫਿਰ ਡੇਰਾ ਸਿਰਸਾ ਵਾਸਤੇ ਜਿਹੜਾ ਸਰਕਾਰ ਦਾ ਰੁਖ ਹੋਰ ਤਰੀਕੇ ਦਾ, ਬੰਦੀ ਸਿੰਘਾਂ ਵਾਸਤੇ ਹੋਰ ਤਰੀਕੇ ਦਾ ਕਿਉਂ ਜਾਪਦਾ? ਦੇਖੋ ਮੈਂ ਨਹੀਂ ਇਹਨਾਂ ਗੱਲਾਂ ਦੇ ਵਿੱਚ ਵਿਸ਼ਵਾਸ ਕਰਦਾ ਵੀ ਇਸ ਤਰ੍ਹਾਂ ਕਾਨੂੰਨ ਸਭ ਦੇ ਲਈ ਬਰਾਬਰ ਹੈ। ਦੇਖੋ ਰਾਜਵਾਨਾ ਸਾਹਿਬ ਵੀ ਫਾਦਰ ਸਾਹਿਬ ਦੇ ਭੋਗ 'ਤੇ ਆਏ ਸੀਗੇ, ਉਹਨਾਂ ਦਾ ਵੀ ਕਾਨੂੰਨੀ ਹੱਕ ਹੈ, ਡੇਰਾ ਮੁਖੀ ਦੇ ਵੀ ਕਾਨੂੰਨੀ ਹੱਕ ਹੈ। ਜੇ ਕੋਈ ਮੈਂ ਕਹਿੰਦਾ ਅੱਤਵਾਦੀ ਵੀ ਹੈ ਉਹਦੇ ਵੀ ਕਾਨੂੰਨੀ ਹੱਕ ਹੈ। ਉਹ ਤਾਂ ਹਰੇਕ ਦੇ ਅਲੱਗ-ਅਲੱਗ ਹੱਕ ਹੈ, ਉਹਦੇ ਬਾਰੇ ਤਾਂ ਆਪਾਂ ਕੀ ਕਹਿ ਸਕਦੇ ਹਾਂ। ਹਾਂਜੀ, ਹਰੇਕ ਦੇ ਹੱਕ। ਮੰਗ ਕੀ ਕਰਦੇ ਹੋ ਤੁਸੀਂ? ਅਸੀਂ ਤਾਂ ਮੰਗ ਇਹੀ ਕਰਦੇ ਹਾਂ ਵੀ ਦੇਖੋ ਡੇਰਾ ਸੱਚਾ ਸੌਦਾ ਨੇ ਬੇਅਦਬੀ ਨਹੀਂ ਕੀਤੀ, ਸਾਰੀ ਪਲਾਂਟੇਸ਼ਨ ਹੈ ਪਿਛਲੀ ਸਰਕਾਰ ਦੀ। ਇਹਦੀ ਨਵੀਂ ਸਰਕਾਰ ਆਈ ਹੈ, ਨਿਰਪੱਖ ਜਾਂਚ ਹੋਵੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ, ਜਿਹੜਾ ਅਸਲ ਦੋਸ਼ੀ ਉਹਨੂੰ ਫੜਿਆ ਜਾਵੇ, ਕਾਰਵਾਈ ਹੋਵੇ। ਡੇਰਾ ਸਿਰਸਾ ਦਾ ਜਿਹੜਾ ਇੱਕ ਵਕੀਲਾਂ ਦਾ ਡੈਪੂਟੇਸ਼ਨ ਹੈ, ਇਹਨਾਂ ਨੇ ਅਪੀਲ ਕੀਤੀ ਹੈ ਕਿ ਅਸਲੀ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਤਾਂ ਇਹਨਾਂ ਦੇ ਵੱਲੋਂ ਕਿਤੇ ਨਾ ਕਿਤੇ ਦਾਅਵਾ ਕੀਤਾ ਜਾਂਦਾ ਹੈ ਕਿ ਡੇਰਾ ਸਿਰਸਾ ਮੁਖੀ ਨੂੰ
ਜਾਣਬੁੱਝ ਕੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਇਸ ਮੁੱਦਿਆਂ ਨੂੰ ਲੈ ਕੇ ਸਰਕਾਰਾਂ ਦਾ ਰੁਖ ਕੀ ਹੋਵੇਗਾ, ਜਿਹੜਾ ਸਿੱਖ ਸਮਾਜ ਹੈ ਉਹਨਾਂ ਦਾ ਰੋਲ, ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੋ ਸਕਦੀ ਹੈ। ਧੰਨਵਾਦ।